चन्नी जी कहते 3 महीने ला रखे ने लोग 15-15 साल रह गए 20 साल रह गए आ 3 महीने वाले ने कहते की कर लू नाले कहते भी नहाऊगा कि नचोड़ूगा कि इत्थों तक वो कह गए। अगर साडे सामने इन्फॉर्मेशन ये आई है तो लोगों की कचहरी दे विच है तो लोगों ने अगे नूं इहदे बारे फैसला करना है कि किस तरह जिहड़ी टैक्स पेयर की मनी है किस तरह की उहदी लुट खसुट हुंदी है। कि चन्नी साहब ने कहा कि मैं तो सुक्की रोटी खाना जो भी दाल नाल ते मैनू तो कोई एडा वो नहीं है जिथे तुसीं रखोगे मैं सौ जाऊँगा हुण घरे सौना फिर जिथे तुसीं सुलाओगे मैं सौ जाऊँगा लेकिन इहदे विचों कुछ निकलण वाला नहीं है। विदेश तो कोई गेस्ट आए थे जिन्होंने वास्ते इस तरह का खाना परोसना था कि मेरे को एक बिल की कॉपी है मैं टीम नूं भी कहांगा तुसीं एक बारी बिल दिखाणगे जदों तुसीं वो बिल देखोगे ना उस बिल ते 6/10/2021 तो लैके 31/10/2021 तक की ड्यूरेशन लिखी हुई है। इस बिल की जिक्र कर रहे हैं तुसीं देखो भी उस सामने क्वांटिटी लिखी हुई है उस बिल के उपर कि इन्नी क्वांटिटी ते उस तो बाद रेट ते उस तो बाद ग्रैंड टोटल किया जाता है। जे वो 300 रुपया जिमें भी लंच है किते जेडे सीएम साहब नूं मिलन आंदे होणगे MLA साहबान होर भी बड़े आंदे किते वो सारियां दा तां नहीं है। 300 रुपए का लंच जिहड़ा हैगा वो कोई 5 स्टार होटल नहीं देगा। ਉਹਦੀ ਜਿਹੜੀ ਪੇਮੈਂਟ ਹੈਗੀ ਹੈ ਸਰਕਾਰ ਦਾ ਇਹ ਵੀ ਹੁੰਦਾ ਹੈ ਕਿ ਪੇਮੈਂਟ ਤੁਰੰਤ ਨਹੀਂ ਹੁੰਦੀ ਉੱਥੇ ਹੀ ਪੈ ਹੁੰਦੇ ਉਹ ਦੱਸ ਸਕਦੇ ਆ ਕਿ ਵਾਕਈ ਇਹ ਹੋਇਆ ਜਾਂ ਨਹੀਂ ਹੋਇਆ ਜਾਂ ਇਹ ਖਰਚਾ ਜਿਹੜਾ ਹੈਗਾ ਉਹ ਸਹੀ ਸੀਗਾ ਜਾਂ ਗਲਤ ਸੀਗਾ। ਜਦੋਂ ਉਹਨਾਂ ਨੇ ਦੇਖਿਆ ਵੀ ਆ ਇੱਕ ਬਿੱਲ 3.5 ਲੱਖ ਦਾ ਹੈ ਕਿ ਮੈਂ ਇੰਨਾ ਕਿਸ ਚੀਜ਼ ਦਾ ਖਰਚਾ ਪ੍ਰਿੰਸੀਪਲ ਸੈਕਟਰੀ ਕੋਈ ਛੋਟੀ ਪੋਸਟ ਤਾਂ ਨਹੀਂ ਹੁੰਦੀ। ਆਰਡਰ ਕਿਹਨੇ ਕੀਤਾ ਦੇਖੋ ਇੰਨਾ ਪੈਸਾ ਜਿਹੜਾ ਹੈਗਾ ਇੰਨੇ ਪੈਸੇ ਦਾ ਆਰਡਰ ਜਿਹੜਾ ਹੈਗਾ ਉਹ ਕੋਈ ਵੀ ਛੋਟਾ ਅਧਿਕਾਰੀ ਨਹੀਂ ਕਰ ਸਕਦਾ ਕਿਉਂਕਿ ਉਹਦੇ ਵਿੱਚ ਵੀ ਸਰਕਾਰ ਦੇ ਵਿੱਚ ਇਹ ਹੁੰਦਾ ਹੈ ਕਿ ਇੱਥੇ ਤੱਕ ਐਕਸਪੈਂਡੀਚਰ ਫਲਾਣੇ ਤੱਕ ਦਾ ਅਧਿਕਾਰੀ ਕਰ ਸਕਦਾ ਹੈ ਉਸ ਦੇ ਉੱਪਰ ਦਾ ਸਲੈਬਸ ਬਣੀਆਂ ਹੋਈਆਂ ਇਹ ਸਲੈਬਸ ਹੁੰਦੀਆਂ ਪਰ ਖਾਲੀ ਸਾਹਿਬ ਇੱਕ ਚੀਜ਼ ਦਾ ਮੰਨਿਆ ਨਾ ਕਿ ਆਮ ਬੰਦਾ ਜਿਹੜਾ ਇਸ ਟਾਈਮ ਜਿੰਨੇ ਵੀ ਬਿੱਲ ਦੇਖਿਆ ਇਹ ਆਪਾਂ ਹੁਣ ਜਿਵੇਂ ਚਰਚਾ ਕਰ ਰਹੇ ਹਾਂ ਬਿਲਕੁਲ ਇਹਦੀ ਖੋਜ ਪੜਤਾਲ ਹੋਣੀ ਚਾਹੀਦੀ ਹੈ ਪਤਾ ਲੱਗੇ ਵੀ ਕਿਸ ਤਰੀਕੇ ਨਾਲ ਹੈ ਪਰ ਜਿਹੜਾ ਆਮ ਬੰਦਾ ਜਿੰਦੇ ਹੱਥੋਂ ਨੇ ਤਾਂ ਇੱਕੋ ਹੀ ਚੀਜ਼ ਦੇਖਣੀ ਹੈ 2500 ਰੁਪਏ ਦਾ ਜੂਸ ਪੀ ਗਿਆ ਚੱਲੀ ਉਹਨਾਂ ਨੇ ਸ਼ਾਇਦ ਅੱਜ ਹੀ 2024 ਤੇ 2027 ਦਾ ਅੱਜ ਹੀ ਮੋਹਰ ਲਾ ਦਿੱਤੀ ਕਿ ਹਾਂਜੀ ਕਿਉਂਕਿ ਅਸੀਂ ਆ ਬਿੱਲ ਨਹੀਂ ਭੁੱਲਦੇ ਤਾਂ ਉਹਦਾ ਰੇਟ ਡਿਫਰੈਂਟ ਹੋਏਗਾ ਅਗਰ 5 ਸਟਾਰ ਤੋਂ ਮੰਗਾ ਰਹੇ ਹਾਂ ਉਹਦਾ ਰੇਟ ਡਿਫਰੈਂਟ ਹੋਏਗਾ ਕਿਆ 5 ਸਟਾਰ ਤੋਂ ਮੰਗਾਣਾ ਜ਼ਰੂਰੀ ਸੀਗਾ ਇਹ ਲੋਕਾਂ ਨੇ ਤਾਂ ਇਹੀ ਦੇਖਣਾ ਹੈ ਕਿ ਦੇਖੋ ਜੀ 500 रुपए का खाना पर हेड खाया गया असी तो 25 रुपया खा लें जिन्होंने ये इन्फॉर्मेशन लेती है और उस वेले लेती है जिस वेले चन्नी वापस आ चुके हैं इंडिया दे विच उन्हां दी एबसेंस दे विच या पहला ये मुद्दा क्यों नहीं चक्या गया ਇਹਦਾ मतलब है किते ना किते पोलिटिकल ਇਹਦੇ ਪਿੱਛੇ कि एक पासे राहुल गांधी भारत जोड़ो यात्रा करके एक इमेज साफ करने की कोशिश की जा रही है पर वार-वार वो हुण तो तुहाडे सामने जो पंजाब च एंटर होएगी तो इधर चन्नी जी की हुण चन्नी जी जो राहुल गांधी की यात्रा के विच नाल चलणगे किते ना किते फिर सवालों के घेरे च नहीं आ जाएंगे राहुल गांधी। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਕੱਲ ਵੀ ਨਜ਼ਰ ਕਿਉਂਕਿ ਖਬਰਾਂ ਦੇ ਵਿੱਚ ਚੰਨੀ ਜੀ ਸੀ ਤੇ ਨਜ਼ਰ ਚੰਨੀ ਜੀ ਤੇ ਰਹੀ ਅੱਜ ਵੀ ਨਜ਼ਰੀਆ ਚੰਨੀ ਜੀ ਨਾਲ ਹੀ ਹੋਏਗਾ ਕਿਉਂਕਿ ਕੱਲ ਸ਼ੁਰੂਆਤ ਹੋਈ ਸੀ ਤੇ ਅੱਜ ਬਹੁਤ ਸਾਰੇ ਕੁਝ ਬਿੱਲ ਹੋਟਲ ਦੇ ਬਿੱਲ ਨਾਸ਼ਤੇ ਦੇ ਬਿੱਲ ਤੇ ਜੂਸ ਦੇ ਖਰਚੇ ਸਾਹਮਣੇ ਆਏ ਨੇ ਤੇ ਇਸੇ ਤੇ ਹੀ ਅੱਜ ਚਰਚਾ ਰਹੇਗੀ ਤੇ ਇਸੇ ਤੇ ਹੀ ਨਜ਼ਰ ਰਹੇਗੀ ਕਿ ਵਾਕਈ ਦਿਖਾਣ ਵਾਲੀਆਂ ਗੱਲਾਂ ਕੁਝ ਹੋਰ ਨੇ ਤੇ ਅਸਲੀਅਤ ਕੁਝ ਹੋਰ ਹੈ ਕਿਉਂਕਿ ਤੁਹਾਨੂੰ ਵੀ ਯਾਦ ਹੋਣਾ ਹੈ ਕਿ ਹਾਲਾਂਕਿ ਨਾਸ਼ਤਾ ਘਰੋਂ ਆਂਦਾ ਸੀ ਚਾਹ ਤੇ ਪਰੌਂਠੇ ਘਰੋਂ ਆਂਦੇ ਸੀ ਪਰ ਅਸਲੀਅਤ ਕੀ ਇਹ ਤਾਂ ਹੁਣ ਵਕਤ ਦੱਸੇਗਾ ਪਰ ਫਿਲਹਾਲ ਇਸ ਬਾਬਤ ਪਹਿਲਾਂ ਸੁਣਾ ਦਿੰਦੇ ਆ ਤੁਹਾਨੂੰ ਚੰਨੀ ਜੀ ਕੀ ਕਹਿੰਦੇ ਨੇ ਤਾਂ ਫਿਰ ਉਸ ਦੇ ਨਾਲ ਹੀ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਉਸ ਤੋਂ ਬਾਅਦ ਸਾਡੇ ਨਾਲ ਜੁੜਨਗੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਪਹਿਲਾਂ ਸੁਣਾਉਂਦੇ ਆ ਕਿ ਚੰਨੀ ਜੀ ਨੇ ਕੀ ਕਿਹਾ। ਇੱਕ ਛੜਯੰਤਰ ਹੈ ਮੈਨੂੰ ਬਦਨਾਮ ਕਰਨ ਦਾ ਹੋਰ ਇਹਦੇ ਚ ਕੱਢਣਾ ਪਾਉਣ ਨੂੰ ਜਾਂ ਨਿਕਲਣ ਨੂੰ ਕੁਝ ਨਹੀਂ ਹੈ ਸਿਰਫ ਮੈਨੂੰ ਬਦਨਾਮ ਕਰਨ ਲਈ ਭੰਡੀ ਪ੍ਰਚਾਰ ਲਈ ਇਹ ਇੱਕ ਜੁਮਲਾ ਛੱਡਿਆ
ਮੇਰੇ ਮੁੰਡੇ ਦਾ ਵਿਆਹ ਹੈ ਜਿਹੜਾ ਉਹ 10 ਅਕਤੂਬਰ ਨੂੰ ਹੋਇਆ ਹੈ। ਉਦੋਂ ਫੰਕਸ਼ਨ ਦੀ ਕੋਈ ਗੱਲ ਵੀ ਹੈ ਨਹੀਂ ਸੀ, ਨਾ ਕੋਈ ਅਜੇ ਫੰਕਸ਼ਨ ਦੀ ਤਿਆਰੀ ਸੀ, ਨਾ ਕੋਈ ਡੇਟ ਫਿਕਸ ਹੋਈ ਸੀ, ਨਾ ਕੁਝ ਹੋਇਆ ਸੀ। ਉਸ ਤੋਂ 1 ਮਹੀਨਾ 10 ਦਿਨ ਯਾਨੀ ਕਿ 19 ਅਕਤੂਬਰ ਨੂੰ ਜਾ ਕੇ ਇਹ ਫੰਕਸ਼ਨ ਹੁੰਦਾ ਹੈ। ਤੇ ਫੰਕਸ਼ਨ ਨਾਲ ਇਹਦਾ ਆਪਸ 'ਚ ਕੋਈ ਸੰਬੰਧ ਨਹੀਂ ਹੈ। ਬਿਨਾਂ ਮਤਲਬ ਤੇ ਇੱਕ ਬਦਨਾਮੀ ਦੇਣ ਵਾਸਤੇ ਔਰ ਐਸੀ ਘਿਨਾਉਣੀ ਇਲਜ਼ਾਮ ਲਗਾਏ ਹੈ ਜਿਹੜੇ ਕਦੇ ਕੋਈ ਸੋਚ ਵੀ ਨਹੀਂ ਸਕਦਾ ਬੰਦਾ ਕਿ ਅਸੀਂ ਚਮਕੌਰ ਸਾਹਿਬ ਦੇ ਕਿਸੇ ਫੰਕਸ਼ਨ 'ਚੋਂ ਅਸੀਂ ਆਪਣੇ ਮੁੰਡੇ ਦੇ ਵਿਆਹ ਵਾਸਤੇ ਪੈਸੇ ਕਰ ਲਾਂਗੇ। ਇਹ ਇੱਕ ਬਹੁਤ ਹੀ ਮਾੜੀ ਗੱਲ ਕੀਤੀ ਹੈ ਇਹਨਾਂ ਨੇ। ਇਲਜ਼ਾਮ ਲਾਉਣੇ ਕੋਈ ਚੱਜ ਦੇ ਲਗਾਉਣ, ਮੈਨੂੰ ਫੜਨਾ ਫੜ ਲੈਣ, ਲੇਕਿਨ ਇਸ ਤਰ੍ਹਾਂ ਦੀਆਂ ਜਿਹੜੀਆਂ ਬਦਨਾਮੀਆਂ ਦੇਣੀਆਂ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਕਿਸੇ ਤਰ੍ਹਾਂ ਵੀ। ਇਹ ਕਿਸੇ ਤਰ੍ਹਾਂ ਦੀ ਵੀ ਗੱਲ ਜਾਇਜ਼ ਨਹੀਂ ਹੈ। ਇਹ ਤਾਂ ਇੱਕ ਕਿਸਮ ਦਾ ਹਰਾਮ ਹੈ ਇਹ ਜਿਹਾ ਪੈਸਾ ਘਰ ਦੇ ਵਿੱਚ ਲਿਆਉਣਾ ਜਾਂ ਪੈਸਾ ਆਉਣਾ। ਸਰਕਾਰ ਕੋਲ ਹੋਰ ਕੁਝ ਹੈ ਨਹੀਂ, ਸਿਰਫ ਇਹ ਹੈ ਕਿ ਜੀ ਸਾਰਾ ਦਿਨ ਖਬਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਚਲਾਈ ਜਾਓ। ਇਹ ਕੋਈ ਕਰਪਸ਼ਨ ਮੁਕਤ ਪੰਜਾਬ ਨਹੀਂ ਹੋ ਰਿਹਾ, ਕਾਂਗਰਸ ਮੁਕਤ ਪੰਜਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਲੈਕਸ਼ਨ ਅੱਗੇ ਇਹਨਾਂ ਦੇ, ਇਸ ਕਰਕੇ ਹਿੰਦੂ ਲੀਡਰ ਹੈ ਜਿਹੜੇ ਸਾਡੇ, ਉਹਨਾਂ ਸਾਰਿਆਂ ਨੂੰ, ਕਿਉਂਕਿ ਸ਼ਹਿਰੀ ਹੈ, ਸ਼ਹਿਰਾਂ ਦੇ ਵਿੱਚ ਦੇਖੋ ਇੰਪਰੂਵਮੈਂਟ ਟਰਸਟ ਲੁਧਿਆਣੇ ਦਾ, ਇੰਪਰੂਵਮੈਂਟ ਟਰਸਟ ਜਲੰਧਰ ਦੇ ਜਿਹੜੇ ਚੇਅਰਮੈਨ ਫੜ ਲਏ ਹੈ, ਆਸ਼ੂਪੁਰ ਕੇਸ ਹੈ, ਉਧਰ ਸਾਡੇ ਅੰਮ੍ਰਿਤਸਰ ਵਾਲੇ ਡਿਪਟੀ ਸੀਐਮ ਜਿਹੜੇ ਰਹੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ। ਹਿੰਦੂ ਲੀਡਰਸ਼ਿਪ ਸਾਰੀ ਖਤਮ ਕਰ ਰਹੇ ਕਾਂਗਰਸ ਦੀ। ਇਸੇ ਤਰ੍ਹਾਂ ਦੂਸਰੇ ਜਿਹੜੇ ਲੋਕ ਜ਼ਿਆਦਾ ਕਾਂਗਰਸ ਨੂੰ ਵੋਟ ਦਿੰਦੇ ਸੀ ਉਹਨਾਂ ਦੀ ਲੀਡਰਸ਼ਿਪ ਨੂੰ ਖਤਮ ਕਰਨ ਲੱਗੇ ਵੇ। 70 ਸਾਲ ਦੇ ਕਿੰਨੇ ਮੁੱਖ ਮੰਤਰੀ ਰਹਿ ਲਏ, 15-15 ਸਾਲ ਵੀ ਰਹੇ ਹੈ, ਲੇਕਿਨ ਸਾਰਿਆਂ ਦੇ ਉੱਪਰ 3 ਮਹੀਨੇ ਭਾਰੀ ਹੋਏ ਵੇ। 3 ਮਹੀਨੇ ਵਾਲੇ ਨੂੰ ਨੋਚ ਲਓ, 3 ਮਹੀਨੇ ਵਾਲੇ ਨੂੰ ਖਾ ਲਓ, 3 ਮਹੀਨੇ ਵਾਲੇ 'ਚ ਪਤਾ ਨਹੀਂ ਕਿਆ ਕਰ ਗਿਆ। ਗਿਲਜੀਆਂ ਜੀ 3 ਮਹੀਨੇ ਵਿਚਾਰੇ ਮੰਤਰੀ ਰਹੇ, ਕਿਆ ਗੰਜੀਰੇ ਨਹਾ ਲਿਆ, ਕਿਆ ਨਿਚੋੜ ਲਿਆ। ਜਿਹੜੇ 20 ਸਾਲ ਰਹੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਬਿਲਕੁਲ ਤੁਸੀਂ ਸੁਣਿਆ, ਕਹਿੰਦੇ 3 ਮਹੀਨੇ ਵਾਲੇ ਦੇ ਮਗਰ ਇਹਨੇ। ਪਹਿਲਾਂ ਆਓ ਹੁਣ ਇਸ ਤੇ ਹੀ ਨਜ਼ਰ ਦੇਖਦੇ ਹਾਂ ਕਿ ਪ੍ਰੋਫੈਸਰ ਖਾਲਿਦ ਸਾਹਿਬ ਕੀ ਕਹਿੰਦੇ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਮੁਹੰਮਦ ਖਾਲਿਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਖਾਲਿਦ ਸਾਹਿਬ, ਚੰਨੀ ਜੀ ਕਹਿੰਦੇ 3 ਮਹੀਨੇ ਲਾ ਰੱਖੇ ਨੇ ਲੋਕੀ, 15-15 ਸਾਲ ਰਹਿ ਗਏ, 20 ਸਾਲ ਰਹਿ ਗਏ, ਆ 3 ਮਹੀਨੇ ਵਾਲੇ ਨੇ ਕਹਿੰਦੇ ਕੀ ਕਰ ਲੂ। ਨਾਲੇ ਕਹਿੰਦੇ ਵੀ ਗੰਗਾ ਨਹਾਊਗਾ ਕੀ ਤੇ ਨਿਚੋੜੂਗਾ ਕੀ, ਇੱਥੋਂ ਤੱਕ ਉਹ ਕਹਿ ਗਏ। ਹਾਂ, ਉਹ ਗਿਲਜੀਆਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ। ਗੱਲ ਇਹ ਹੈਗੀ ਹੈ ਕਿ ਇਹ ਪਿਛਲੇ 2 ਦਿਨਾਂ ਤੋਂ ਇਹ ਮਸਲਾ ਕਾਫੀ ਭਖਿਆ ਹੋਇਆ ਹੈ ਔਰ ਅੱਜ ਅਖਬਾਰਾਂ ਦੇ ਵਿੱਚ ਵੀ, ਜ਼ਿਆਦਾਤਰ ਅਖਬਾਰਾਂ ਦੇ ਵਿੱਚ ਇਹਨੂੰ ਕਵਰ ਕੀਤਾ ਹੈ ਔਰ ਕੁਝ ਬਿੱਲ ਵੀ ਸਾਹਮਣੇ ਆਏ ਹੈ। ਲੇਕਿਨ ਜਦ ਆਪਾਂ ਇਸ ਚੀਜ਼ ਦੀ ਸਾਰੀ ਪੜਚੋਲ ਕਰਾਂਗੇ, ਐਨਾਲਿਸਿਸ ਕਰਾਂਗੇ, ਤਾਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਸਵਾਲ ਨੈਚੁਰਲੀ ਸਾਹਮਣੇ ਆਉਂਦੇ ਆ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਪਿਛਲੇ 8 ਮਹੀਨਿਆਂ ਤੋਂ ਇਹ ਸਾਰਾ ਕੁਝ ਕਿਉਂ ਨਹੀਂ ਹੋਇਆ, ਅਚਾਨਕ ਹੁਣੇ ਕਿਉਂ ਸ਼ੁਰੂ ਹੋਇਆ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਉਹਨਾਂ ਨੇ ਆਪਣੇ ਇੰਟਰਵਿਊ 'ਚ ਵੀ ਕਿਹਾ ਹੈ, ਇੱਕ ਲੰਬੀ ਚੌੜੀ ਉਹਨਾਂ ਦੀ ਇੰਟਰਵਿਊ ਹੈ ਜਿਹਦੇ ਅੰਸ਼ਕ ਰੂਪ ਦੇ ਵਿੱਚ ਮੈंने ਸੁਣਿਆ ਸੀਗਾ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਹ ਜਿਹੜਾ ਆਰਟੀਆਈ ਦੇ ਵਿੱਚ ਇਨਫੋਰਮੇਸ਼ਨ ਲੈਂਦੇ ਹੈ ਜਾਂ ਜਿਹੜੀ ਇਨਫੋਰਮੇਸ਼ਨ ਸਾਡੇ ਸਾਹਮਣੇ ਆਈ ਹੈ ਕਿ 60 ਲੱਖ ਦੇ ਬਿੱਲ ਹੈਗੇ ਹੈ 5 ਸਟਾਰ ਹੋਟਲਾਂ ਤੋਂ, ਜੋ ਵੀ ਖਾਣਾ ਆਇਆ ਹੈ, ਸਾਰਾ ਕੁਝ, ਇਹ ਕਿਆ ਵਿਜੀਲੈਂਸ ਇਹਦੀ ਇਨਕੁਆਇਰੀ ਕਰ ਰਹੀ ਹੈ ਜਾਂ ਕੋਈ ਸਰਕਾਰ ਦੀ ਏਜੰਸੀ ਇਨਕੁਆਇਰੀ ਕਰ ਰਹੀ ਹੈ ਜਾਂ ਕੇਵਲ ਇਹ ਇਨਫੋਰਮੇਸ਼ਨ ਹੈ ਜਿਹੜੀ ਕਿ ਆਰਟੀਆਈ ਦੇ ਵਿੱਚ ਸਾਡੇ ਸਾਹਮਣੇ ਆਈ ਹੈ। ਅਗਰ ਸਾਡੇ ਸਾਹਮਣੇ ਇਨਫੋਰਮੇਸ਼ਨ ਇਹ ਆਈ ਹੈ ਤਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਹੈ, ਤਾਂ ਲੋਕਾਂ ਨੇ ਅੱਗੇ ਨੂੰ ਇਹਦੇ ਬਾਰੇ ਫੈਸਲਾ ਕਰਨਾ ਹੈ ਕਿ ਕਿਸ ਤਰ੍ਹਾਂ ਜਿਹੜੀ ਟੈਕਸ ਪੇਅਰ ਦੀ ਮਨੀ ਹੈ, ਕਿਸ ਤਰ੍ਹਾਂ ਦੀ ਉਹਦੀ ਲੁੱਟ ਖਸੁੱਟ ਹੁੰਦੀ ਹੈ। ਲੇਕਿਨ ਇਹ ਉਸ ਚੀਜ਼ ਦਾ ਡਿਨਾਇਲ ਹੈ ਜਿਹੜਾ ਕਿ ਚੰਨੀ ਸਾਹਿਬ ਨੇ ਕਿਹਾ ਕਿ ਮੈਂ ਤਾਂ ਸੁੱਕੀ ਰੋਟੀ ਖਾਣਾ ਜੋ ਵੀ ਦਾਲ ਨਾਲ, ਤੇ ਮੈਨੂੰ ਤਾਂ ਕੋਈ ਏਡਾ ਉਹ ਨਹੀਂ ਹੈ, ਜਿੱਥੇ ਤੁਸੀਂ ਰੱਖੋਗੇ ਮੈਂ ਸੌਂ ਜਾਊਂਗਾ। ਹੁਣ ਘਰੇ ਸੌਣਾ, ਫਿਰ ਜਿੱਥੇ ਤੁਸੀਂ ਸੁਲਾਓਗੇ ਮੈਂ ਸੌਂ ਜਾਊਂਗਾ, ਲੇਕਿਨ ਇਹਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ। ਉਹਨਾਂ ਨੇ ਇਹ ਗੱਲ ਜਿਹੜੀ ਹੈਗੀ ਹੈ ਕਹੀ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਹੈ ਕਿ ਅਗਰ ਇਹ ਬਿੱਲ ਸਾਡੇ ਸਾਹਮਣੇ ਆਏ ਹੈ, ਇੱਕ ਤਾਂ ਕੰਪੈਰੀਟਿਵ ਸਟੱਡੀ ਹੋਣੀ ਚਾਹੀਦੀ ਹੈ ਕਿ ਕਿਆ ਇਸ ਤੋਂ ਪਹਿਲਾਂ ਦੇ ਸੀਐਮ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਰਹੇ ਜਾਂ ਬਾਅਦ ਚ ਵੀ ਅੱਜ ਵੀ ਹੋ ਰਿਹਾ ਜਾਂ ਕੇਵਲ ਉਹਨਾਂ 3 ਮਹੀਨਿਆਂ ਦੇ ਵਿੱਚ ਹੀ ਹੋਇਆ। ਦੂਸਰੀ ਹੈਗਾ ਕਿ ਕਿਆ ਇਹ ਬਿੱਲ ਨਕਲੀ ਹੈ ਜਾਂ ਜਾਲੀ ਹੈ ਬਿੱਲ, ਜਾਂ ਵਾਕਈ ਇਹ ਬਿੱਲ ਜਿਹੜੇ ਹੈਗੇ ਅਸਲੀ ਹੈ। ਤੀਸਰੀ ਚੀਜ਼ ਇਹ ਹੈ ਕਿ ਜਿਸ ਵੇਲੇ ਵੀ ਕੋਈ ਇਵੈਂਟ ਹੁੰਦੀ ਹੈ ਜਾਂ ਕੋਈ ਪੈਸੇ ਇਸ ਤਰ੍ਹਾਂ ਦਾ ਸਮਾਨ ਮੰਗਾਇਆ ਜਾਂਦਾ ਹੈ
ਤਾਂ ਉਹਦਾ ਇੱਕ ਇੰਡੈਂਟ ਬਣਦਾ ਹੈ, ਉਹ ਪਤਾ ਹੁੰਦਾ ਹੈ ਵੀ ਕਿਸ ਪਰਪਸ ਵਾਸਤੇ ਬੁਲਾਇਆ ਜਾ ਰਿਹਾ ਹੈ, ਕਿੱਥੇ ਕਿੱਥੇ ਸਮਾਨ ਲਿਆਂਦਾ ਜਾ ਰਿਹਾ ਹੈ। ਉਹ ਸਾਰੀਆਂ ਚੀਜ਼ਾਂ ਵੀ, ਕਿਆ ਕੋਈ ਵਿਦੇਸ਼ ਤੋਂ ਕੋਈ ਗੈਸਟ ਆਏ थे ਜਿਨ੍ਹਾਂ ਵਾਸਤੇ ਇਸ ਤਰ੍ਹਾਂ ਦਾ ਖਾਣਾ ਪਰੋਸਣਾ था, ਜਾਂ ਇਹ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਸੀਐਮ ਹਾਊਸ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਇਹ ਖਾਣਾ ਗਿਆ ਹੈ, ਉਹ ਸਾਰਾ ਕੁਝ ਆਮ ਲੋਕ ਹੀ ਇਹ ਅਯਾਸ਼ੀ ਕਰਦੇ ਰਹੇ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਇਹ ਵੀ ਸਾਹਮਣੇ ਆਉਣੀਆਂ, ਕਿਉਂਕਿ ਸਰਕਾਰ ਕੋਲ ਹਰ ਚੀਜ਼ ਦੀ ਇਨਫੋਰਮੇਸ਼ਨ ਹੁੰਦੀ ਹੈ, ਹਰ ਚੀਜ਼ ਲਿਖਤੀ ਰੂਪ ਦੇ ਵਿੱਚ ਹੁੰਦੀ ਹੈ ਕਿ ਕਿਸ ਪਰਪਸ ਵਾਸਤੇ, ਕਿੰਨੇ ਬੰਦਿਆਂ ਦਾ ਜਿਹੜਾ ਹੈਗਾ ਖਾਣਾ ਆਏਗਾ, ਕਿੱਥੋਂ ਆਏਗਾ, ਕਿਸ ਪਰਪਸ ਵਾਸਤੇ ਆਏਗਾ, ਉਹ ਸਾਰਾ ਕੁਝ ਹੁੰਦਾ। ਉਹ ਵੀ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਕਿਆ ਇਹ ਲੈਜੀਟੀਮੇਟ ਜਾਂ ਠੀਕ ਖਰਚਾ ਹੈਗਾ, ਜਾਂ ਇਹ ਖਰਚਾ ਸਿਰਫ ਟੈਕਸ ਪੇਅਰ ਦੀ ਮਨੀ ਤੇ ਅਯਾਸ਼ੀ ਹੋਈ ਹੈ। ਔਰ ਇਹ ਵੀ ਕਿ ਇਹ ਜਿਹੜਾ ਹੈਗਾ ਓਰੀਜਨਲ ਜਾਲੀ ਬਿੱਲ ਹੈ ਜਾਂ ਅਸਲੀ ਬਿੱਲ ਹੈ, ਇਹ ਸਾਰੀਆਂ ਚੀਜ਼ਾਂ ਦੀ ਪੜਚੋਲ ਜਿਹੜੀ ਹੈਗੀ ਹੈ ਇਸ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਖਰਚਾ ਹੋਇਆ ਇਹ ਕਿਵੇਂ ਹੋਇਆ ਔਰ ਕਿਸ ਵਜ੍ਹਾ ਕਰਕੇ ਹੋਇਆ ਔਰ ਇਹਦੀ ਕੀ ਜਸਟੀਫਿਕੇਸ਼ਨ ਹੈ। ਦੇਖੋ, ਜਿੰਨੇ ਵੀ ਬਿੱਲ ਪਾਸ ਹੁੰਦੇ ਆ ਉਹਨਾਂ ਦਾ ਆਡਿਟ ਵੀ ਹੁੰਦਾ, ਉਹ ਆਡਿਟ ਨੇ ਕਿਵੇਂ ਪਾਸ ਕੀਤੇ ਹੋਣਗੇ, ਅਗਰ ਇਹ ਬਿੱਲ ਜਿਹੜੇ ਹੈਗੇ ਆ ਜਾਲੀ ਹੈ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਇਹ ਸਾਰੇ ਵੀ ਕੁਐਸਚਨ ਸਾਹਮਣੇ ਆਉਂਦੇ ਆ। और क्या ये विद इन बजट हुए हैं या आउटसाइड दा बजट हुए हैं, क्योंकि सीएम हाउस का एक बजट है जिसमें गवर्नर हाउस का एक बजट है, वो सारिया चीज़ां भी सामने आउणियां चाहिए ताकि पता लगे कि वाकई ये जिहड़ा हैगा अयाशी हुई है या कोई ठीक खर्चा होया है। ये सारिया चीज़ां पब्लिक डोमेन दे विच आउणियां चाहिए। बिल ते भी झात मारीए ना उस बिल ते, क्योंकि मेरे को एक बिल की कॉपी है, मैं टीम ਨੂੰ ਵੀ ਕਹਾਂਗਾ ਤੁਸੀਂ ਇੱਕ ਵਾਰੀ ਬਿੱਲ ਦਿਖਾਣਗੇ, ਜਦੋਂ ਤੁਸੀਂ ਉਹ ਬਿੱਲ ਦੇਖੋਗੇ ਨਾ, ਉਸ ਬਿੱਲ ਤੇ 6/10/2021 ਤੋਂ ਲੈ ਕੇ 31/10/2021 ਤੱਕ ਦੀ ਡਿਊਰੇਸ਼ਨ ਲਿਖੀ ਹੋਈ ਹੈ। ਯਾਨੀ ਕਿ ਜਿਹੜਾ ਬਿੱਲ ਹੈ, ਜਿਵੇਂ ਤੁਸੀਂ ਵਾਕਈ ਸਹੀ ਕਿਹਾ ਵੀ ਇਹ ਵੀ ਤਸਦੀਕ ਕਰਨਾ ਪਏਗਾ ਕਿ ਆ ਬਿੱਲ ਵਾਕਈ ਸਹੀ ਨੇ ਕਿ ਗਲਤ ਨੇ, ਕਿ ਇਹ ਬਿੱਲ ਨਾਲੇ ਡਿਊਰੇਸ਼ਨ ਕੀ ਹੈ, ਕਿਉਂਕਿ ਜਿਵੇਂ ਉਹਨਾਂ ਦੇ ਅੱਗੇ ਕੁਆਂਟੀਟੀ ਲਿਖੀ ਹੋਈ ਹੈ 15 125, ਜਿਵੇਂ ਵੈਜ ਲੰਚ ਲਿਖਿਆ ਹੋਇਆ 265, ਤੇ ਉਹ ਬਿੱਲ ਦੇ ਅੱਗੇ ਜਿਹੜੀਆਂ ਕੁਆਂਟੀਟੀਜ਼ ਲਿਖੀਆਂ ਹੋਈਆਂ ਨੇ, ਉਹ ਬਿੱਲ ਨੇ ਨਾ ਜਿਹੜੇ, ਉਸ ਬਿੱਲ ਤੋਂ ਇਹ ਲੱਗਦਾ ਕਿ ਆ ਜਿਹੜੇ ਬਿੱਲ, ਮੈਂ ਇਸੇ ਬਿੱਲ ਦੀ ਜ਼ਿਕਰ ਕਰ ਰਿਹਾ, ਤੁਸੀਂ ਦੇਖੋ ਵੀ ਉਸ ਸਾਹਮਣੇ ਕੁਆਂਟੀਟੀ ਲਿਖੀ ਹੋਈ ਹੈ ਉਸ ਬਿੱਲ ਦੇ ਉੱਪਰ ਕਿ ਇੰਨੀ ਕੁਆਂਟੀਟੀ, ਤੇ ਉਸ ਤੋਂ ਬਾਅਦ ਰੇਟ, ਤੇ ਉਸ ਤੋਂ ਬਾਅਦ ਗ੍ਰੈਂਡ ਟੋਟਲ ਕੀਤਾ ਜਾਂਦਾ। ਹੁਣ 265 ਲੰਚ ਤੇ ਜਿੰਦਾ ਰੇਟ 300 ਰੁਪਇਆ, ਮਤਲਬ ਉਹਨਾਂ ਨੇ ਪਰ ਹੈਡ ਦੇ ਹਿਸਾਬ ਨਾਲ ਲਾਇਆ, ਕਿਤੇ ਐ ਤਾਂ ਨਹੀਂ। ਮੈਂ ਖਾਲਿਦ ਸਾਹਿਬ ਹੁਣ ਤੁਹਾਡੇ ਨਾਲ ਇਹ ਪੁੱਛਣਾ ਚਾਹੂੰਗਾ ਕਿ ਐ ਤਾਂ ਨਹੀਂ, ਹੁਣ ਜਿਵੇਂ 265 ਉਹਨਾਂ ਨੇ ਕਿਹਾ 265 ਲੰਚ ਕੀਤੇ ਨੇ 300 ਰੁਪਏ ਪਰ ਬੰਦੇ ਦੇ ਹਿਸਾਬ ਨਾਲ ਜੀ, ਤਾਂ ਜੇ ਉਹ 300 ਰੁਪਇਆ ਜਿਵੇਂ ਵੀ ਲੰਚ ਹੈ, ਕਿਤੇ ਜਿਹੜੇ ਸੀਐਮ ਸਾਹਿਬ ਨੂੰ ਮਿਲਣ ਆਉਂਦੇ ਹੋਣਗੇ, ਐਮਐਲਏ ਸਾਹਿਬਾਨ ਹੋਰ ਵੀ ਬੜੇ ਆਉਂਦੇ, ਕਿਤੇ ਉਹ ਸਾਰਿਆਂ ਦਾ ਤਾਂ ਨਹੀਂ, ਇਹ ਵੀ ਬੜਾ ਦੇਖਣ ਵਾਲਾ ਹੋਏਗਾ। ਮੈਂ ਇਸੇ ਕਰਕੇ ਕਹਿ ਰਿਹਾ ਕਿ ਇਸ ਤੋਂ ਪਹਿਲਾਂ ਕਿ ਆਪਾਂ ਭੱਜੀਏ ਇਸ ਚੀਜ਼ ਨੂੰ ਲੈ ਕੇ, ਇਹਨੇ ਸਾਰੀ ਘੋਖ ਜਿਹੜੀ ਹੈਗੀ ਆ ਹੋਣੀ ਜ਼ਰੂਰੀ ਹੈ। 300 ਰੁਪਏ ਦਾ ਲੰਚ ਜਿਹੜਾ ਹੈਗਾ ਉਹ ਕੋਈ 5 ਸਟਾਰ ਹੋਟਲ ਨਹੀਂ ਦੇਗਾ। 5 ਸਟਾਰ ਹੋਟਲ ਦੇ ਵਿੱਚ ਜੇ ਬੁਫੇ ਲੰਚ ਵੀ ਕਰਨਾ ਹੋਵੇ 1400-1500 ਰੁਪਏ, 2000 ਤੋਂ ਘੱਟ ਨਹੀਂ ਹੁੰਦਾ। ਤਾਂ ਇਹ ਕਿੱਥੋਂ ਲਿਆਂਦਾ ਗਿਆ ਇਹ ਲੰਚ ਔਰ ਕਿਸ ਪਰਪਸ ਵਾਸਤੇ? ਮੈਂ ਬਾਰ-ਬਾਰ ਦੁਬਾਰਾ ਹੀ ਗੱਲ ਕਹਾਂਗਾ ਕਿ ਅਗਰ 265 ਲੰਚ ਤੁਸੀਂ ਆਰਡਰ ਕੀਤੇ ਹੈ ਤਾਂ ਉਹ ਕਿਸੇ ਇਵੈਂਟ ਵਾਸਤੇ ਕੀਤੇ ਹੋਣਗੇ। ਉਹ ਇਵੈਂਟ ਕੀ ਸੀਗੀ, ਕਿਆ ਉਹ ਇਵੈਂਟ ਹੋਈ ਜਾਂ ਨਹੀਂ ਹੋਈ, ਉਹਦੇ ਵਿੱਚ ਕੌਣ-ਕੌਣ ਸ਼ਾਮਿਲ ਸੀਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਾਂ ਸਰਕਾਰ ਦੇ ਉਹਦੇ ਕੋਲ ਹੁੰਦੀਆਂ ਕਾਗਜ਼ਾਂ ਦੇ ਵਿੱਚ। ਉਹ ਕੋਈ ਚੀਜ਼ ਲੋਕਲ ਪੇਟ ਤੇ ਨਹੀਂ ਹੋ ਸਕਦੀ ਜਦ ਤੁਸੀਂ ਐਡਾ ਵੱਡਾ ਐਕਸਪੈਂਡੀਚਰ ਕਰ ਰਹੇ ਹੋ। ਉਹ ਕਿਸੇ ਪਰਪਸ ਵਾਸਤੇ ਹੈ ਔਰ ਫਿਰ ਉਹਦੀ ਜਿਹੜੀ ਪੇਮੈਂਟ ਹੈਗੀ ਹੈ, ਸਰਕਾਰ ਦਾ ਇਹ ਵੀ ਹੁੰਦਾ ਹੈ ਕਿ ਪੇਮੈਂਟ ਤੁਰੰਤ ਨਹੀਂ ਹੁੰਦੀ। ਪੇਮੈਂਟ ਜਿਹੜੀ ਹੈਗੀ ਫॉर एग्जांपल ਸੀਐਮ ਆਫਿਸ ਤੋਂ ਜਾਂ ਸੀਐਮ ਹਾਊਸ ਤੋਂ ਅਗਰ ਆਰਡਰ ਕਿਸੇ ਹੋਟਲ ਨੂੰ ਕੀਤਾ ਜਾਂਦਾ ਹੈ, ਉਹ ਹੋਟਲ ਜਿਹੜੇ ਹੈਗੇ ਆ ਉਹਨਾਂ ਨਾਲ ਪਹਿਲਾਂ ਤੋਂ ਵੀ ਸੰਪਰਕ ਹੁੰਦਾ ਹੈ, ਪਹਿਲਾਂ ਵੀ ਹੁੰਦਾ ਰਹਿੰਦੀਆਂ ਇਵੈਂਟਸ, ਔਰ ਉਸ ਤੋਂ ਬਾਅਦ ਉਹਨਾਂ ਨੂੰ ਪੇਮੈਂਟ ਜਿਹੜੀ ਹੈਗੀ ਹੈ ਉਹ ਬਾਅਦ ਦੇ ਵਿੱਚ ਹੁੰਦੀ ਹੈ, ਜਿਸ ਵੇਲੇ ਸਾਰਾ ਕੁਝ ਆਡਿਟ ਹੋ ਜਾਂਦਾ। ਆਡਿਟ ਹੋਣ ਤੋਂ ਬਾਅਦ ਉਹਨਾਂ ਨੂੰ ਬਾਈ ਚੈੱਕ ਪੇਮੈਂਟ ਹੁੰਦੀ ਹੈ। ਤਾਂ ਇਹ ਵੀ ਦੇਖਣਾ ਪਏਗਾ ਕਿ ਆਡਿਟ ਹੋਇਆ, ਆਡੀਟਰਸ ਨੇ ਕੋਈ ਆਬਜੈਕਸ਼ਨ ਵੀ ਲਾਏ ਜਾਂ ਨਹੀਂ ਲਾਏ, ਔਰ ਕਿਸ ਪਰਪਸ ਵਾਸਤੇ ਇਹ ਜਿਹੜੀ ਇਵੈਂਟ ਹੋਈ ਸੀਗੀ, ਉਹ ਇਵੈਂਟ ਅਫੀਸ਼ੀਅਲ ਸੀਗੀ ਜਾਂ ਪ੍ਰਾਈਵੇਟ ਸੀਗੀ, ਉਹ ਇਵੈਂਟ ਪਰਸਨਲ ਕੈਪੈਸਿਟੀ 'ਚ ਮੰਗਾਏ ਗਏ ਜਾਂ ਸੀਐਮ ਦੇ ਆਫਿਸ ਦੇ ਵਿੱਚ ਮੰਗਾਏ ਗਏ,
ਔਰ ਉਸ ਤੋਂ ਬਾਅਦ ਇਹ ਜਿਹੜੇ ਹੈਗੇ ਆ ਆਡੀਟਰ, ਬਜਟ, ਓਰੀਜਨੈਲਿਟੀ ਆਫ ਦਾ ਬਿਲਸ, ਇਵੈਂਟ, ਇਹ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਇਹ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਤਾਂ ਕਿ ਪਤਾ ਲੱਗੇ। ਇਹ ਨਾ ਹੋਵੇ ਕਿ ਆਪਾਂ ਐਵੇਂ ਹੀ ਕਿਸੇ ਦੇ ਮਗਰ ਪੈ ਜਾਈਏ। ਇਹ ਵੀ ਨਾ ਹੋਵੇ ਕੋਈ ਵਿਅਕਤੀ ਟੈਕਸ ਪੇਅਰ ਦੀ ਮਨੀ ਨੂੰ ਅਯਾਸ਼ੀ ਦੇ ਵਿੱਚ ਇਸਤੇਮਾਲ ਕਰੀ ਚੱਲੇ। ਇਹ ਦੋਨਾਂ ਚੀਜ਼ਾਂ ਦੇ ਵਿੱਚ ਬੈਲੈਂਸ ਰੱਖ ਕੇ ਚੱਲਣਾ ਪਏਗਾ। ਇਸ ਕਰਕੇ ਮੈਂ ਕਹਾਂਗਾ ਕਿ ਅਗਰ ਇਹ ਚੀਜ਼ ਪਬਲਿਕ ਡੋਮੇਨ 'ਚ ਆਈ ਹੈ ਤਾਂ ਸਰਕਾਰ ਨੂੰ ਇਹਦੀ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ, ਕਿਉਂਕਿ ਸੀਐਮ ਆਫਿਸ ਦੇ ਵਿੱਚ ਜਿੰਨੇ ਵੀ ਐਕਸਪੈਂਡੀਚਰ ਹੋਏ ਹੋਣਗੇ ਪਿਛਲੇ 1 ਸਾਲ ਦੇ, 1 ਸਾਲ ਦਾ ਤਾਂ ਸਾਰੇ ਕਾਗਜ਼ ਉੱਥੇ ਪਏ ਹੁੰਦੇ ਆ, ਉਹ ਦੱਸ ਸਕਦੇ ਆ ਕਿ ਵਾਕਈ ਇਹ ਹੋਇਆ ਜਾਂ ਨਹੀਂ ਹੋਇਆ, ਜਾਂ ਇਹ ਖਰਚਾ ਜਿਹੜਾ ਹੈਗਾ ਉਹ ਸਹੀ ਸੀਗਾ ਜਾਂ ਗਲਤ ਸੀਗਾ। ਇਹ ਸਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਇਹਦਾ ਸਪਸ਼ਟੀਕਰਨ ਹੋਣਾ ਚਾਹੀਦਾ। ਬਿਲਕੁਲ। ਨਾਲੇ ਹਲੇ ਭਗਵੰਤ ਮਾਨ ਜੀ ਹੁਣੇ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਭਗਵੰਤ ਮਾਨ ਜੀ ਦੇ ਜੁੱਤਿਆਂ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੇ ਬੂਟ ਪਾਏ ਉਹਨਾਂ ਤੇ ਬੜੀ ਕੰਟਰੋਵਰਸੀ ਹੋਈ, ਤੇ ਪਰ ਉਹਨਾਂ ਨੇ ਵੀ ਇਹ ਨਹੀਂ ਕਿ ਉਹਦੀ ਕੋਈ ਕਲੈਰੀਫਿਕੇਸ਼ਨ ਦਿੱਤੀ ਕਿ ਉਹਨੇ ਦੇ ਮਹਿੰਗੇ ਹੈ ਕਿ ਨਹੀਂ ਆ। ਉਹਨਾਂ ਨੇ ਉਹਨੂੰ ਕਿਨਾਰਾ ਕਰਕੇ ਹੋਰ ਅਟੈਕ ਕਰ ਦਿੱਤਾ ਜੀ ਮੇਰੇ ਬੂਟਾਂ ਦੇ ਮਗਰ ਪਏ ਨੇ। ਪਰ ਵਾਕਈ ਕੀ ਹੁਣ ਰਾਜਨੀਤੀ ਹੁਣ ਇਹਨਾਂ ਸਭ ਚੀਜ਼ਾਂ ਵਾਸਤੇ ਰਹਿ ਗਈ? ਤੇ ਦੂਜਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਖਾਲਦ ਜੀ, ਇਹ ਬਾਅਦ 'ਚ ਕਿਉਂ ਪਤਾ ਲੱਗਦਾ ਚੀਜ਼ਾਂ? ਜਦੋਂ ਸਰਕਾਰ ਚਲੀ ਜਾਂਦੀ ਹੈ ਉਦੋਂ ਹੀ ਇਹਨਾਂ ਦਾ ਪੋਸਟਮਾਰਟਮ ਕਿਉਂ ਹੁੰਦਾ? ਕਿਉਂਕਿ ਜਿਹੜਾ ਬਿੱਲ ਹੈ, ਬਿੱਲ ਦੇ ਉੱਤੇ ਲਿਖਿਆ ਹੋਇਆ ਪ੍ਰਿੰਸੀਪਲ ਸੈਕਟਰੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕਿ ਪ੍ਰਿੰਸੀਪਲ ਸੈਕਟਰੀ ਉਦੋਂ ਇਹ ਬਿੱਲ ਜਦੋਂ ਉਹਨਾਂ ਕੋਲ ਆਇਆ ਹੋਊਗਾ, ਜਦੋਂ ਉਹਨਾਂ ਨੇ ਦੇਖਿਆ ਵੀ ਆ ਇੱਕ ਬਿੱਲ 3.5 ਲੱਖ ਦਾ ਹੈ, ਕਿ ਮੈਂ ਇਹਨਾਂ ਕਿਸ ਚੀਜ਼ ਦਾ ਖਰਚਾ? ਪ੍ਰਿੰਸੀਪਲ ਸੈਕਟਰੀ ਕੋਈ ਛੋਟੀ ਪੋਸਟ ਤਾਂ ਨਹੀਂ ਹੁੰਦੀ। ਬਿਲਕੁਲ ਬਿਲਕੁਲ। ਆਈਏਐਸ ਆਫੀਸਰਸ ਨੇ ਉਹ ਸਾਰੇ। ਹਾਂਜੀ ਦੇਖੋ, ਇਹ ਵੀ ਹੋ ਸਕਦਾ ਹੈ ਕਿ ਕੋਈ ਫॉर एग्जांपल ਆਈਏਐਸ ਆਫੀਸਰਾਂ ਦੀ ਕੋਈ ਮੀਟਿੰਗ ਹੋ ਰਹੀ ਹੈ, ਉਹਦੇ ਵਾਸਤੇ ਇਹ ਜਿਹੜਾ ਹੈਗਾ ਖਰਚਾ ਕੀਤਾ ਹੋਵੇ, ਜਾਂ ਕੋਈ ਆਈਪੀਐਸ ਆਫੀਸਰਸ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਵੱਡੇ ਉਹਨਾਂ ਦੀ ਮੀਟਿੰਗ ਹੋ ਰਹੀ ਹੋਵੇ, ਜਾਂ ਕਿਸੇ ਕੇਂਦਰ ਤੋਂ ਕੋਈ ਡੈਲੀਗੇਟਸ ਆਏ ਹੋਣ, ਜਾਂ ਕੋਈ ਹੋਰ ਦੂਸਰੇ ਸਟੇਟਾਂ। ਮਤਲਬ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਜਿਹੜਾ ਐਕਸਪੈਂਡੀਚਰ ਹੈ, ਇਸ ਐਕਸਪੈਂਡੀਚਰ ਦੀ ਧੁਰ ਘੋਖ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਕਿ ਇਹ ਐਕਸਪੈਂਡੀਚਰ ਹੋਇਆ ਵੀ ਹੈ ਜਾਂ ਨਹੀਂ ਹੋਇਆ। 1 ਦੂਸਰਾ, ਅਗਰ ਹੋਇਆ ਤਾਂ ਕਿਆ ਇਹ ਸਹੀ ਹੋਇਆ ਜਾਂ ਗਲਤ ਹੋਇਆ। ਤੀਸਰੀ ਚੀਜ਼ ਇਹ ਹੈਗੀ ਹੈ, ਕਿਆ ਆਡਿਟ ਜਿਹੜਾ ਹੈਗਾ ਇਹਦਾ ਪ੍ਰੋਪਰ ਹੋਇਆ, ਆਰਡਰ ਕਿਹਨੇ ਕੀਤਾ। ਦੇਖੋ, ਇੰਨਾ ਪੈਸਾ ਜਿਹੜਾ ਹੈਗਾ, ਇੰਨੇ ਪੈਸੇ ਦਾ ਆਰਡਰ ਜਿਹੜਾ ਹੈਗਾ ਉਹ ਕੋਈ ਵੀ ਛੋਟਾ ਅਧਿਕਾਰੀ ਨਹੀਂ ਕਰ ਸਕਦਾ। ਉਹ ਅਧਿਕਾਰੀ ਹੀ ਕਰੇਗਾ ਜਿਸ ਕੋਲ ਇੰਨਾ ਖਰਚਾ ਕਰਨ ਦੀ ਜਿਹੜੀ ਹੈਗੀ ਅਨੁਮਤੀ ਹੈ, ਕਿਉਂਕਿ ਉਹਦੇ ਵਿੱਚ ਵੀ ਸਰਕਾਰ ਦੇ ਵਿੱਚ ਇਹ ਹੁੰਦਾ ਹੈ ਕਿ ਇੱਥੇ ਤੱਕ ਐਕਸਪੈਂਡੀਚਰ ਫਲਾਣੇ ਤੱਕ ਦਾ ਅਧਿਕਾਰੀ ਕਰ ਸਕਦਾ ਹੈ, ਉਸ ਤੇ ਉੱਪਰ ਦਾ ਸਲੈਬਸ ਬਣੀਆਂ ਹੋਈਆਂ, ਇਹ ਸਲੈਬਸ ਹੁੰਦੀਆਂ। ਉਹ ਸਲੈਬਸ ਦੇ ਮੁਤਾਬਕ ਕਿਸੇ ਨੇ ਆਰਡਰ ਕੀਤਾ ਹੋਵੇ, ਉਹ ਸਾਰਾ ਕੁਝ ਮੈਂ ਕਹਿਣਾ ਸਾਹਮਣੇ ਆਉਣਾ ਚਾਹੀਦਾ ਤਾਂ ਕਿ ਅਗਰ ਇਹ ਖਰਚਾ ਗਲਤ ਹੋਇਆ ਤਾਂ ਉਹ ਲੋਕਾਂ ਦੇ ਦਰਬਾਰ ਦੇ ਵਿੱਚ, ਲੋਕਾਂ ਦੀ ਕਚਹਿਰੀ 'ਚ ਆਵੇ, ਔਰ ਅਗਰ ਲੈਜੀਟੀਮੇਟ ਜਾਂ ਠੀਕ ਖਰਚਾ ਹੈ ਉਹ ਵੀ ਜਿਹੜਾ ਹੈਗਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਪਰ ਖਾਲੀ ਸਾਹਿਬ ਇੱਕ ਚੀਜ਼ ਦਾ ਮੰਨਿਆ ਨਾ ਕਿ ਆਮ ਬੰਦਾ ਜਿਹੜਾ ਇਸ ਟਾਈਮ ਜਿੰਨੇ ਵੀ ਬਿੱਲ ਦੇਖਿਆ, ਇਹ ਆਪਾਂ ਹੁਣ ਜਿਵੇਂ ਚਰਚਾ ਕਰ ਰਹੇ ਹਾਂ, ਬਿਲਕੁਲ ਇਹਦੀ ਖੋਜ ਪੜਤਾਲ ਹੋਣੀ ਚਾਹੀਦੀ ਹੈ, ਪਤਾ ਲੱਗੇ ਵੀ ਕਿਸ ਤਰੀਕੇ ਨਾਲ ਹੈ। ਪਰ ਜਿਹੜਾ ਆਮ ਬੰਦਾ ਜਿੰਦੇ ਹੱਥੋਂ ਨੇ ਤਾਂ ਇੱਕੋ ਹੀ ਚੀਜ਼ ਦੇਖਣੀ ਹੈ, 2500 ਰੁਪਏ ਦਾ ਜੂਸ ਪੀ ਗਿਆ ਚੰਨੀ ਜੀ ਇੰਨਾ ਕੁਝ ਕਰ ਗਏ, ਉਹਨਾਂ ਦਾ ਤਾਂ ਇੱਕ ਪਰਸਪੈਕਟਿਵ ਉਹਨਾਂ ਨੇ ਕਲੀਅਰ ਕਰ ਦਿੱਤਾ। ਉਹਨਾਂ ਨੇ ਸ਼ਾਇਦ ਅੱਜ ਹੀ 2024 ਤੇ 2027 ਦਾ ਅੱਜ ਹੀ ਮੋਹਰ ਲਾ ਦਿੱਤੀ ਕਿ ਹਾਂਜੀ, ਕਿਉਂਕਿ ਅਸੀਂ ਆ ਬਿੱਲ ਨਹੀਂ ਭੁੱਲਦੇ, ਇਹ ਬਿੱਲਾਂ ਨੂੰ ਉਦੋਂ ਹੀ ਭੰਡਿਆ ਜਾਊਗਾ। ਦੇਖੋ ਗੱਲ ਇਹ ਹੈਗੀ ਹੈ ਕਿ 2500 ਦਾ ਬਿੱਲ ਜਾਂ 2500 ਦਾ ਜੂਸ, ਤੁਹਾਡੇ ਯਾਦ ਹੋਗਾ ਕੁਝ ਦਿਨ ਪਹਿਲਾਂ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਕਿ ਇੱਕ ਕਿਸੇ ਬਾਲੀਵੁੱਡ ਦੇ ਉਹਨੇ ਐਕਟਰ ਨੇ ਕਿਸੇ 5 ਸਟਾਰ ਹੋਟਲ ਦੇ ਵਿੱਚ 2-3 ਕੇਲੇ ਮੰਗਾ ਲਏ, ਉਹੀ ਪਤਾ ਨਹੀਂ 1000 ਦੇ ਸੀਗੇ। ਜੀ ਕਹਿਣ ਦਾ ਮਤਲਬ ਹੈਗਾ ਕਿ ਅਗਰ ਤੁਸੀਂ ਢਾਬੇ ਤੋਂ ਖਾਣਾ ਮੰਗਾ ਰਹੇ ਹੋ ਤਾਂ ਉਹਦਾ ਰੇਟ ਡਿਫਰੈਂਟ ਹੋਏਗਾ, ਅਗਰ 5 ਸਟਾਰ ਤੋਂ ਮੰਗਾ ਰਹੇ ਹੋ ਉਹਦਾ ਰੇਟ ਡਿਫਰੈਂਟ ਹੋਏਗਾ। ਕਿਆ 5 ਸਟਾਰ ਤੋਂ ਮੰਗਾਣਾ ਜ਼ਰੂਰੀ ਸੀਗਾ? ਇਹ ਸਵਾਲ ਕਿਆ ਕਿਸੇ ਮਿਡਲ ਲੈਵਲ ਦੇ ਹੋਟਲ ਤੋਂ ਨਹੀਂ ਮੰਗਾਇਆ ਜਾ ਸਕਦਾ ਸੀਗਾ? ਇਹ ਵੀ ਇੱਕ ਸਵਾਲ ਖੜਾ ਹੁੰਦਾ ਔਰ ਇਹ ਵੀ ਖੜਾ ਹੁੰਦਾ ਹੈ ਕਿ ਕਿਆ ਮਿਡਲ ਲੈਵਲ ਵਾਲਾ ਹੋਟਲ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਨ ਵਾਸਤੇ ਤਿਆਰ ਸੀਗਾ ਜੋ 5 ਸਟਾਰ ਹੋਟਲ ਨੇ ਪ੍ਰੋਵਾਈਡ ਕੀਤਾ। ਫॉर एग्जांपल ਕਟਲਰੀ ਵੀ ਨਾਲ ਆ ਰਹੀ ਹੈ ਜਾਂ ਹੋਰ ਵੀ ਵੇਟਰ ਵੀ ਨਾਲ ਆ ਰਹੇ ਹੈ ਜਾਂ ਨਹੀਂ ਆ ਰਹੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤਦ ਸਾਹਮਣੇ ਆਉਣਗੀਆਂ ਜਿਸ ਵੇਲੇ ਇਹਦੀ ਪ੍ਰੋਪਰ ਜਾਂਚ ਇਨਕੁਆਇਰੀ ਹੋਏਗੀ, ਔਰ ਇਹਦੇ ਵਾਸਤੇ ਸਰਕਾਰ ਨੂੰ ਆਪਣਾ ਵਕਤ ਜਿਹੜਾ ਹੈਗਾ ਦੇਣਾ ਚਾਹੀਦਾ, ਕਿਉਂਕਿ ਪਬਲਿਕ ਡੋਮੇਨ ਚੀਜ਼ ਆ ਚੁੱਕੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੇ ਤਾਂ ਇਹੀ ਦੇਖਣਾ ਹੈ ਕਿ ਦੇਖੋ ਜੀ 500 ਰੁਪਏ ਦਾ ਖਾਣਾ ਪਰ ਹੈਡ ਖਾਇਆ ਗਿਆ, ਅਸੀਂ ਤਾਂ 25 ਰੁਪਈਆਂ 'ਚ ਖਾ ਲੈਂਦੇ ਹਾਂ, ਹੈ ਨਹੀਂ?
ਉਹ ਲੋਕਾਂ ਨੇ ਇਹ ਚੀਜ਼ ਦੇਖਣੀ ਹੈ, ਲੇਕਿਨ ਐਟ ਦਾ ਸੇਮ ਟਾਈਮ ਲੋਕਾਂ ਦੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਕਰਨ ਵਾਸਤੇ ਸਰਕਾਰ ਜਾਂ ਸਰਕਾਰੀ ਏਜੰਸੀਆਂ ਜਾਂ ਉਹ ਲੋਕ, ਇੱਕ ਹੋਰ ਚੀਜ਼ ਵੀ ਮੈਂ ਇਹਦੇ ਵਿੱਚ ਦੇਖ ਰਿਹਾ, ਇਹ ਵੀ ਦੇਖਣਾ ਪਊਗਾ ਕਿ ਆਰਟੀਆਈ ਦੀ ਇਨਫੋਰਮੇਸ਼ਨ ਜਾਂ ਇਹਦੇ ਪਿੱਛੇ ਜਿਹੜੇ ਹੈਗੇ ਆ, ਜਿਹੜੇ ਲੋਕ ਲੱਗੇ ਹੋਏ ਆ, ਵਿਦ ਇਨ ਕਾਂਗਰਸ ਲੱਗੇ ਹੋਏ ਆ, ਆਊਟਸਾਈਡ ਕਾਂਗਰਸ ਲੱਗੇ ਹੋਏ ਆ, ਉਹ ਇੱਕ ਬੜਾ ਪੋਲੀਟੀਕਲ ਉਹ ਹੈਗਾ ਕਿ ਮਗਰ ਜਿਨ੍ਹਾਂ ਨੇ ਇਹ ਇਨਫੋਰਮੇਸ਼ਨ ਲੈਤੀ ਆ ਔਰ ਉਸ ਵੇਲੇ ਲੈਤੀ, ਇਸ ਵੇਲੇ ਚੰਨੀ ਵਾਪਸ ਆ ਚੁੱਕੇ ਹੈ ਇੰਡੀਆ ਦੇ ਵਿੱਚ, ਉਹਨਾਂ ਦੀ ਐਬਸੈਂਸ ਦੇ ਵਿੱਚ, ਜਾਂ ਪਹਿਲਾਂ ਇਹ ਮੁੱਦਾ ਕਿਉਂ ਨਹੀਂ ਚੱਕਿਆ ਗਿਆ? ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਪੋਲੀਟੀਕਲ ਇਹਦੇ ਪਿੱਛੇ ਕੋਈ ਕਿਸੇ ਤਰ੍ਹਾਂ ਦਾ ਜਿਹਨੂੰ ਕਹਿੰਦੇ ਪਰਪਸ ਹੋ ਸਕਦਾ, ਉਹ ਪਰਪਸ ਵੀ ਸਾਹਮਣੇ ਆਉਣਾ ਪਏਗਾ। ਲੇਕਿਨ ਐਟ ਦਾ ਸੇਮ ਟਾਈਮ ਜਿਸ ਵੇਲੇ ਬਿੱਲ ਤੁਹਾਡੇ ਸਾਹਮਣੇ ਆ ਗਏ ਆ, ਤਾਂ ਉਹਨਾਂ ਦੀ ਇਨਕੁਆਇਰੀ, ਪੜਚੋਲ, ਉਹਨਾਂ ਵਾਸਤੇ ਸਾਰੀ ਇਨਫੋਰਮੇਸ਼ਨ ਸਰਕਾਰ ਨੂੰ ਵੀ ਸਾਹਮਣੇ ਲਿਆਉਣੀ ਚਾਹੀਦੀ ਹੈ ਕਿ ਕਿਉਂ ਹੋਇਆ, ਕਿਉਂ ਨਹੀਂ ਹੋਇਆ, ਕਿਉਂਕਿ ਬਿੱਲ ਤਾਂ ਸਰਕਾਰ ਕੋਲ ਪਏ ਹੈ ਨਾ ਓਰੀਜਨਲ। ਕੀ ਖਾਲਿਦ ਸਾਹਿਬ ਕੀ ਲੱਗਦਾ ਤੁਹਾਨੂੰ ਭਾਰਤ ਜੋੜੋ ਯਾਤਰਾ ਪੰਜਾਬ 'ਚ ਹਲੇ ਆਣੀ ਹੈ? ਕੀ ਆ ਜਿਹੜਾ ਕੇਸ ਹੁਣ ਨਵਾਂ ਜਿਹੜਾ ਸ਼ੁਰੂ ਹੋਇਆ ਹੈ, ਤੁਹਾਨੂੰ ਲੱਗਦਾ ਕਿ ਉਸ ਤੇ ਧੱਕਾ ਪਏਗਾ? ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰਕੇ ਇੱਕ ਇਮੇਜ ਸਾਫ਼ ਕਰਨ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਵਾਰ-ਵਾਰ ਉਹ ਹੁਣ ਤੁਹਾਡੇ ਸਾਹਮਣੇ ਜਦੋਂ ਪੰਜਾਬ 'ਚ ਐਂਟਰ ਹੋਏਗੀ ਤੇ ਇੱਧਰ ਚੰਨੀ ਜੀ, ਕੀ ਹੁਣ ਚੰਨੀ ਜੀ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਨਾਲ ਚੱਲਣਗੇ, ਕਿਤੇ ਨਾ ਕਿਤੇ ਫਿਰ ਸਵਾਲਾਂ ਦੇ ਘੇਰੇ 'ਚ ਨਹੀਂ ਆ ਜਾਣਗੇ ਰਾਹੁਲ ਗਾਂਧੀ? ਦੇਖੋ ਇਦਾਂ ਹੈ ਕਿ ਜਿੱਥੇ ਜਿੱਥੇ ਵੀ ਯਾਤਰਾ ਆ ਰਹੀ ਹੈ, ਉੱਥੇ ਕਾਂਗਰਸ ਦੀਆਂ ਸਾਰੀਆਂ ਲੀਡਰਸ਼ਿਪਸ ਜਿਹੜੀਆਂ ਹੈਗੀਆਂ, ਚਾਹੇ ਉਹਨਾਂ 'ਚ ਕਿੰਨੇ ਵੀ ਮਤਭੇਦ ਹੈ, ਉਹ ਸਾਰੇ ਇਕੱਠੇ ਹੋ ਕੇ ਯਾਤਰਾ ਦੇ ਨਾਲ ਚੱਲਿਆ ਹੁਣ ਤੱਕ ਦਾ ਜਿਹੜਾ ਹੈਗਾ ਰਿਕਾਰਡ। ਈਵਨ ਹਰਿਆਣੇ ਦੇ ਵਿੱਚ ਵੀ ਉਹੀ ਕੋਸ਼ਿਸ਼ ਕਰ ਰਹੇ ਹਨ। ਅਗਰ ਪੰਜਾਬ ਦੇ ਵਿੱਚ ਜਿੱਥੇ ਕੱਲ ਤੱਕ ਕਾਂਗਰਸ ਦੀ ਸਰਕਾਰ ਸੀਗੀ, ਔਰ ਪੰਜਾਬ ਦੀ ਕਾਂਗਰਸ ਦੇ ਵਿੱਚ ਫੈਕਸ਼ਨਲਿਜ਼ਮ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਤੇ ਉਸ ਸਿਚੁਏਸ਼ਨ ਦੇ ਵਿੱਚ ਅਗਰ ਇਹ ਭਾਰਤ ਜੋੜੋ ਯਾਤਰਾ ਪੰਜਾਬ 'ਚ ਐਂਟਰ ਹੁੰਦੀ ਹੈ ਔਰ ਉਹਦੇ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੈ ਇਹ ਜਿਹੜੀ ਅੰਦਰੂਨੀ ਰੱਸਾਕਸ਼ੀ ਹੈ, ਤਾਂ ਡੈਫੀਨਿਟਲੀ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਯਾਤਰਾ ਦੇ ਉੱਪਰ ਪਏਗਾ, ਯਾਤਰਾ ਦੀ ਕ੍ਰੈਡੀਬਿਲਿਟੀ ਦੇ ਉੱਪਰ ਪਏਗਾ। ਹੁਣ ਨਾਲ ਹੀ ਮੈਂ ਵੀ ਕਹਾਂਗਾ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਸੀਗੇ ਉਹ ਚੁਆਇਸ ਸੀਗੇ ਰਾਹੁਲ ਗਾਂਧੀ ਦੀ, ਜਿਸ ਵੇਲੇ ਇਹਨਾਂ ਦੀ ਅਪਾਇੰਟਮੈਂਟ ਹੋਈ ਹੈ, ਚਾਹੇ 3 ਮਹੀਨੇ ਤੱਕ ਰਹੇ, ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ। ਔਰ ਅਗਰ ਇਹ ਲੋਕਾਂ ਦੇ ਵਿੱਚ ਇਹ ਹੋਵੇ, ਕੁਝ ਲੋਕਾਂ ਦੇ ਵਿੱਚ ਜਿਹੜੇ ਵਿਦਨ ਪਾਰਟੀ, ਕਿ ਇਹਨੂੰ ਦੁਬਾਰਾ ਉਹਦੇ ਨਾਲ ਨਾ ਲੱਗਣ ਦਈਏ, ਇਹਨੂੰ ਪਹਿਲਾਂ ਹੀ ਕੋਈ ਨਾ ਕੁਝ ਕਿਸੇ ਨਾ ਕਿਸੇ ਘੇਰੇ ਦੇ ਵਿੱਚ ਬੰਨ ਲਈਏ, ਉਹ ਪੋਸੀਬਿਲਿਟੀ ਵੀ ਹੋ ਸਕਦੀ ਹੈ। ਦੂਸਰੇ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਭਰਾ ਪਰ ਕਿੰਨਾ ਈਡੀ ਵਗੈਰਾ ਦੇ ਜਿਹੜੇ ਰੇਡ ਪਏ, ਜਾਂ ਇਹਨਾਂ ਪਰ ਖੁਦ ਵੀ ਉਹ ਸਾਰਾ ਹੋਇਆ, ਉਹਦੇ ਨਾਲ ਇੱਕ ਇਮੇਜ ਜ਼ਰੂਰ ਬਣਦੀ ਹੈ ਕਿ ਯਾਰ ਇਹ ਤਾਂ ਬੰਦਾ ਪਹਿਲਾਂ ਹੀ ਕਿੰਨੇ ਆਪਣੇ ਮਸ਼ਕੂਕ ਘੇਰੇ ਦੇ ਵਿੱਚ ਹੈ, ਤੇ ਇਹਦੇ ਨਾਲ ਅਗਰ ਯਾਤਰਾ ਦੇ ਨਾਲ ਚੱਲਦਾ, ਇਹਦਾ ਪ੍ਰਭਾਵ ਹੋ ਸਕਦਾ ਹੈ। ਲੇਕਿਨ ਯਾਤਰਾ ਜਿਹੜੀ ਹੈਗੀ ਹੈ ਇੱਕ ਡਿਫਰੈਂਟ ਚੀਜ਼ ਹੈ, ਔਰ ਵਿਦਨ ਕਾਂਗਰਸ ਜਿਹੜੀ ਰੱਸਾਕਸ਼ੀ ਹੈ ਪੰਜਾਬ ਦੇ ਵਿੱਚ, ਉਹ ਡਿਫਰੈਂਟ ਚੀਜ਼ ਹੈ। ਹਜੇ ਤਾਂ ਹੋਰ ਵਧਣੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਬਾਹਰ ਆ ਜਾਣਾ ਹੈ, ਔਰ ਉਸ ਤੋਂ ਬਾਅਦ ਸਿਚੁਏਸ਼ਨ ਜਿਹੜੀ ਹੈਗੀ ਆ ਹੋਰ ਡਿਫਰੈਂਟ ਹੋਏਗੀ। ਤਾਂ ਖਾਲਿਦ ਸਾਹਿਬ ਇਸ ਤੇ ਜ਼ਰੂਰ ਚਾਨਣਾ ਪਾਇਓ, ਕਿਉਂਕਿ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰ ਦਿੱਤਾ। ਵਾਕਈ ਕਿਉਂਕਿ ਜਦੋਂ ਅੰਦਰ ਸੀ ਹਾਲੇ ਤੱਕ ਚੁੱਪ ਨੇ, ਬਾਹਰ ਆ ਕੇ ਜਿੰਨਾ ਉਹ ਚੁੱਪ ਬੈਠੇ ਨੇ ਉਹਨਾਂ ਜ਼ਿਆਦਾ ਬੋਲ ਰਿਹਾ। ਤੁਹਾਨੂੰ ਕੀ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਦਾ ਫੈਕਟਰ, ਕੀ ਵਾਕਈ ਕਾਂਗਰਸ 'ਚ ਵਾਪਸੀ ਹੋਣੀ ਹੈ, ਕਿ ਨਵਜੋਤ ਸਿੰਘ ਸਿੱਧੂ ਕੁਝ ਹੋਰ ਸੋਚ ਕੇ ਬੈਠੇ ਹੋਣਗੇ? ਉਹਨਾਂ ਕੋਲ ਕਿਹੜੀ ਕਿਹੜੀ ਆਪਸ਼ਨਸ ਰਹਿ ਜਾਂਦੀ ਹੈ? ਦੇਖੋ, ਉਹਨਾਂ ਕੋਲ ਨਾ ਤਾਂ ਅਕਾਲੀ ਦਲ ਦੀ ਆਪਸ਼ਨ ਹੈ, ਨਾ ਉਹਨਾਂ ਕੋਲ ਬੀਜੇਪੀ ਦੀ ਆਪਸ਼ਨ ਹੈ ਜੀ। ਆਮ ਆਦਮੀ ਪਾਰਟੀ ਕਿਸੇ ਵੇਲੇ ਜਾ ਸਕਦੇ ਸੀਗੇ, ਅੱਜ ਆਮ ਆਦਮੀ ਪਾਰਟੀ ਨੂੰ ਉਹਨਾਂ ਦੀ ਲੋੜ ਨਹੀਂ ਹੈ, ਕਿਉਂਕਿ ਸਰਕਾਰ ਅਗਲੇ ਦੀ ਇਫੈਕਟਿਵਲੀ ਬਣੀ ਹੋਈ ਹੈ, 92 ਐਮਐਲਏ ਅਗਲੇ ਦੀ ਜੇਬ 'ਚ ਜੀ। ਤੇ ਹੁਣ ਰਹਿ ਤਾਂ ਕਾਂਗਰਸ ਹੀ ਗਈ। ਅਗਰ ਉਹਨਾਂ ਨੇ ਆਪਣੇ ਆਪ ਨੂੰ ਰਾਜਨੀਤਿਕ ਰੂਪ ਦੇ ਵਿੱਚ ਵਿਚਰਨਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਤਾਂ ਕਾਂਗਰਸ ਹੀ ਹੈ। ਲੇਕਿਨ ਹਜੇ ਉਹ ਆਪਣੇ ਆਪ ਨੂੰ ਅਸੈਸ ਕਰ ਰਹੇ ਹੈ ਕਿ 6 ਮਹੀਨੇ ਗਾਇਬ ਰਹਿਣ ਤੋਂ ਬਾਅਦ ਪਬਲਿਕ ਸਪੇਸ ਦੇ ਵਿੱਚੋਂ ਜਿਸ ਵੇਲੇ ਬੰਦਾ ਵਾਪਸ ਆਉਂਦਾ ਹੈ, ਤਾਂ ਇੱਕ ਵਾਰ ਬੈਠ ਕੇ ਸੋਚਦਾ ਹੈ, ਖਾਸ ਤੌਰ ਪਰ ਜਦ ਤੁਸੀਂ ਜੇਲ੍ਹ ਚੋਂ ਆਏ ਹੋਵੋ, ਤਾਂ ਡੈਫੀਨੇਟਲੀ ਬੰਦਾ ਸੋਚਦਾ ਹੈ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਲੇਕਿਨ ਉਹਨਾਂ ਕੋਲ ਕੋਈ ਬਹੁਤ ਜ਼ਿਆਦਾ ਆਪਸ਼ਨਸ ਹੈ ਨਹੀਂ। ਅਗਰ ਉਹਨਾਂ ਨੇ ਪਬਲਿਕ ਲਾਈਫ ਦੇ ਵਿੱਚ ਜਾਂ ਪੋਲੀਟੀਕਲ ਲਾਈਫ ਦੇ ਵਿੱਚ ਸਟੇਟ ਦੀ ਵਿਚਰਨਾ, ਤਾਂ ਕਾਂਗਰਸ ਹੀ ਉਹਨਾਂ ਦੀ ਫਸਟ ਆਪਸ਼ਨ ਰਹੇਗੀ। ਤੁਹਾਨੂੰ ਨਹੀਂ ਲੱਗਦਾ ਕਿ ਬਾਹਰ ਆਉਣ ਤੋਂ ਬਾਅਦ ਕਿਤੇ ਕੋਈ ਨਵਾਂ ਆਪਣੀ ਢੇਰੀ ਨਾਲ ਕਿਤੇ ਸ਼ੁਰੂ ਕਰਨ ਦਾ ਉਹ ਸੋਚ ਲੈਣ?
ਇਹ ਇੱਕ ਸੈਕੰਡ ਆਪਸ਼ਨ ਹੋ ਸਕਦੀ ਹੈ, ਲੇਕਿਨ ਇਹਦੀ ਪੋਸਿਬਿਲਿਟੀ ਦੇਖੋ ਬਹੁਤ ਘੱਟ ਹੈ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈਗੀ ਹੈ ਕਿ ਤੁਸੀਂ ਆਪ ਤਾਂ ਲੀਡਰ ਬਣ ਕੇ ਕੋਈ ਆਪਣੀ ਆਊਟਫਿਟ ਬਣਾ ਸਕਦੇ ਹੋ, ਲੇਕਿਨ ਬੰਦਿਆਂ ਨੂੰ ਕਿਵੇਂ ਨਾਲ ਲਾਓਗੇ, ਕਿਸ ਤਰਜ਼ ਤੇ ਨਾਲ ਲੈ ਕੇ ਆਓਗੇ? ਤੁਸੀਂ ਗਲੀ ਗਲੀ ਮਹੱਲੇ ਮਹੱਲੇ ਆਪਣੇ ਕੇਡਰ ਖੜਾ ਕਰਨਾ ਹੈ, ਉਹਦੇ ਵਾਸਤੇ ਫਾਈਨਾਂਸ ਵੀ ਚਾਹੀਦੇ ਆ, ਉਹਦੇ ਵਾਸਤੇ ਪੁਰਾਣਾ ਕੇਡਰ ਵੀ ਚਾਹੀਦਾ। ਸਭ ਤੋਂ ਜ਼ਿਆਦਾ ਜਿਹੜਾ ਇੱਥੇ ਕੇਡਰ ਹੈਗਾ ਪੰਜਾਬ ਦੇ ਵਿੱਚ, ਉਹ ਤਾਂ ਕਾਂਗਰਸ ਤੇ ਬੀਜੇਪੀ, ਔਰ ਥਰਡ ਜਿਹੜਾ ਹੈਗਾ ਅਕਾਲੀ ਦਲ, ਔਰ ਥਰਡ ਜਿਹੜਾ ਹੈਗਾ ਬੀਜੇਪੀ ਦਾ। ਆਮ ਆਦਮੀ ਪਾਰਟੀ ਦਾ ਕੇਡਰ ਹਜੇ ਇੰਨਾ ਨਹੀਂ ਹੈ। ਪਰ ਮੰਮਾ ਜੀ ਇੱਥੇ ਜੀ। ਆਮ ਆਦਮੀ ਪਾਰਟੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕੇਡਰ, ਕਿਉਂਕਿ ਇੱਥੇ ਪੰਜਾਬੀਆਂ ਨੇ ਉਹ ਕੇਡਰ ਵਾਲਾ ਤਾਂ ਫਾਰਮੈਟ ਐਤਕੀ ਬਿਲਕੁਲ ਹੀ ਖਤਮ ਕਰ ਦਿੱਤਾ ਕਿ ਉਹ ਕੇਡਰ ਦੇਖੋ, ਵਾਲਾ ਜਿਹੜਾ ਵਹਿਮ ਸੀ ਮੈਂ ਦੱਸਦਾ ਜੀ। ਇਹ ਇਲੈਕਸ਼ਨ ਜਿਹੜਾ ਸੀਗਾ, ਇਹਦੇ ਵਿੱਚ ਤਾਂ ਲੋਕਾਂ ਨੇ ਇੱਕ ਕਲੀਅਰ ਮੈਂਡੇਟ ਦੇਤਾ ਵੀ ਭਾਈ ਪੁਰਾਣੀਆਂ ਪਾਰਟੀਆਂ ਨੂੰ ਅਸੀਂ ਕਿਸੇ ਨੂੰ ਨਹੀਂ ਮੰਨਣਾ, ਅਸੀਂ ਇੱਕ ਨਵਾਂ ਤਜਰਬਾ ਕਰਨਾ ਹੈ। ਉਹ ਨਵਾਂ ਤਜਰਬਾ ਲੋਕਾਂ ਨੇ ਕੀਤਾ ਹੈ। ਔਰ ਜਿਹੜੇ ਰਵਾਇਤੀ ਪਾਰਟੀਆਂ ਦੇ ਸਮਰਥਕ ਸੀਗੇ, ਉਹਨਾਂ ਨੇ ਵੀ ਜਿਹੜੇ ਸਪੋਰਟ ਕਰਤੀ ਕਿ ਠੀਕ ਹੈ ਵੀ ਅਸੀਂ ਇੱਕ ਨਵਾਂ ਤਜਰਬਾ ਕਰਦੇ ਹਾਂ। ਹੁਣ ਇਹ ਤਾਂ 5 ਸਾਲ ਦੀ ਇਹਨਾਂ ਦੀ ਸਰਕਾਰ ਦੇ ਬਾਅਦ ਹੀ ਲੋਕਾਂ ਨੇ ਪੜਚੋਲ ਕਰ ਰਹੀਆਂ ਕਿ ਇਹ ਤਜਰਬਾ ਕਾਮਯਾਬ ਹੋਇਆ ਜਾਂ ਨਹੀਂ ਹੋਇਆ, ਡਿਪੈਂਡਿੰਗ ਔਨ ਬੜੇ ਇਸ਼ੂਜ਼ ਹੈਗੇ ਆ। ਲੇਕਿਨ ਇੱਕ ਚੀਜ਼ ਆਪਾਂ ਵੀ ਜਾਣਦੇ ਹਾਂ ਕਿ ਪਿਛਲੇ ਯਾਨੀ 1966 ਦੇ ਬਾਅਦ ਜਦੋਂ ਪੰਜਾਬੀ ਸੂਬਾ ਬਣਿਆ, ਉਸ ਤੋਂ ਬਾਅਦ ਤਾਂ ਅਲਟਰਨੇਟਿਵਲੀ ਅਕਾਲੀ ਦਲ ਔਰ ਕਾਂਗਰਸ ਹੀ ਸੱਤਾ ਦੇ ਵਿੱਚ ਰਹੇ ਆ, ਔਰ ਉਹਨਾਂ ਨੇ ਹੀ ਆਪਣੇ ਆਪ ਨੂੰ ਇੱਥੇ ਜਿਹੜਾ ਹੈਗਾ ਐਸਟੈਬਲਿਸ਼ ਕੀਤਾ ਹੈ। ਮੈਂ ਉਸ ਕੰਟੈਕਸਟ ਦੇ ਵਿੱਚ ਗੱਲ ਕਰ ਰਿਹਾ ਸੀਗਾ ਕਿ ਅਗਰ ਨਵਜੋਤ ਸਿੱਧੂ ਸੋਚਦੇ ਆ ਕਿ ਮੈਂ ਆਪਣੀ ਇੱਕ ਅਲੱਗ ਪਾਰਟੀ ਜਾਂ ਆਪਣੀ ਕੋਈ ਆਊਟਫਿਟ ਬਣਾਉਂਗਾ, ਉਹ ਇੱਕ ਬਹੁਤ ਟੌਲ, ਇੱਕ ਲੰਬਾ ਔਰ ਚੌੜਾ ਆਰਡਰ ਹੈ, ਜਿਹਦੇ ਨਾਲ ਤੁਰਨਾ ਬੜਾ ਔਖਾ ਹੁੰਦਾ ਹੈ। ਜ਼ਿਆਦਾਤਰ ਲੋਕ ਅਗਰ ਇਸ ਤਰ੍ਹਾਂ ਕੱਲੇ ਦੁਕੱਲੇ ਹੋ ਕੇ ਆਪਣੀਆਂ ਪਾਰਟੀਆਂ ਬਣਾਈਆਂ, ਕਈ ਸਟੇਟਾਂ 'ਚ ਵੀ ਆਪਾਂ ਦੇਖਦੇ ਹਾਂ, ਉਹ ਜ਼ਿਆਦਾ ਦੇਰ ਚੱਲਦੀਆਂ ਨਹੀਂ ਹਨ। ਅਲਟੀਮੇਟਲੀ ਤੁਹਾਨੂੰ ਇੱਕ ਵੱਡੀ ਪਾਰਟੀ ਦੇ ਨਾਲ ਲੱਗ ਕੇ ਹੀ ਚੱਲਣਾ ਪੈਂਦਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਜੇ ਨਵਜੋਤ ਸਿੱਧੂ ਸੋਚਣਾ ਹੈ ਔਰ ਜਲਦੀ ਹੀ ਉਹ ਆਪਣੇ ਪੋਤੇ ਖੋਲਣਗੇ। ਲੇਕਿਨ ਇੰਨਾ ਜ਼ਰੂਰ ਹੈ ਕਿ ਅਗਰ ਉਹ ਅੱਗੇ ਆਉਂਦੇ ਆ, ਕਿਉਂਕਿ ਨਵਜੋਤ ਸਿੱਧੂ ਦੇ ਅਗੇਂਸਟ ਵੀ ਵਿਦਨ ਕਾਂਗਰਸ ਬੜੀ ਲੌਬੀ ਹੈਗੀ ਹੈ। ਬੜੇ ਲੋਕ ਇਹ ਸੋਚਦੇ ਆ ਵੀ ਸ਼ਾਇਦ ਨਵਜੋਤ ਸਿੱਧੂ ਦੀ ਵਜ੍ਹਾ ਕਰਕੇ ਹੀ ਅਸੀਂ ਪਿਛਲਾ ਇਲੈਕਸ਼ਨ ਹਾਰ ਗਏ। ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਦੇਖਦੇ ਹੋਏ ਨਵਜੋਤ ਸਿੱਧੂ ਔਰ ਉਹਨਾਂ ਦੇ ਨਾਲ ਮਨਪ੍ਰੀਤ ਬਾਦਲ ਜਿਵੇਂ ਕਿ ਮਿਲ ਕੇ ਆਏ ਆ, ਉਹ ਸਾਰੇ ਫੈਕਸ਼ਨ ਜਿਹੜੇ ਹੈਗੇ ਉਹ ਸਾਹਮਣੇ ਆਉਣਗੇ। ਔਰ ਫਿਰ ਸੈਂਟਰ ਦੀ ਲੀਡਰਸ਼ਿਪ ਵੀ ਥੋੜੀ ਚੇਂਜਡ ਹੈ। ਹੁਣ ਇਸ ਵੇਲੇ ਪ੍ਰੈਜ਼ੀਡੈਂਟ ਤਾਂ ਕੋਈ ਹੋਰ ਹੈ ਨਾ, ਖੜਗੇ ਸਾਹਿਬ ਪ੍ਰੈਜ਼ੀਡੈਂਟ ਹੈ ਜੀ। ਡਾਇਰੈਕਟਲੀ ਤਾਂ ਜਿਹੜਾ ਹੈਗਾ ਖੜਗੇ ਸਾਹਿਬ ਨਾਲ ਹੀ ਵਾਹ ਪੈਣਾ, ਉਹਨਾਂ ਦੇ ਪਿੱਛੇ ਕੌਣ ਕੰਮ ਕਰਦਾ ਹੋਵੇ ਅਲੱਗ ਗੱਲ ਹੈ। ਤਾਂ ਇੱਕ ਨਵਾਂ ਫੈਕਟਰ ਤਾਂ ਐਡ ਹੋ ਹੀ ਗਿਆ ਨਾ ਇਹਦੇ ਵਿੱਚ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਖਾਸ ਤੌਰ ਪਰ ਭਾਰਤ ਜੋੜੋ ਯਾਤਰਾ ਦੇ ਨਾਲ ਕੌਣ ਚੱਲਦਾ ਹੈ, ਕਿੰਨੇ ਦਿਨ ਚੱਲਦਾ ਹੈ, ਕਿਆ ਨਵਜੋਤ ਸਿੱਧੂ ਬਾਹਰ ਆਉਂਦੇ ਆ ਯਾਤਰਾ ਦੇ ਨਾਲ ਚੱਲਣ ਵਾਸਤੇ, ਜਾਂ ਚੰਨੀ ਜਿਹੜੇ ਹੈਗੇ ਆ ਉਹ ਚੱਲਦੇ ਆ। ਇਹ ਸਾਰਾ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਿਦਨ ਫਿਊ ਡੇਜ਼ ਜਿਸ ਵੇਲੇ ਯਾਤਰਾ ਐਂਟਰ ਹੋਏਗੀ ਤਾਂ ਪਤਾ ਲੱਗ ਜਾਏਗਾ ਕਿ ਇੱਕ ਯੂਨਾਈਟਿਡ ਕਾਂਗਰਸ ਜਿਹੜੀ ਹੈ ਯਾਤਰਾ ਸ਼ਾਮਿਲ ਹੋ ਰਹੀ ਹੈ ਜਾਂ ਇੱਕ ਡਿਵਾਈਡਡ ਕਾਂਗਰਸ ਯਾਤਰਾ ਸ਼ਾਮਿਲ ਹੋ ਰਹੀ ਹੈ। ਇਹ ਆਪਾਂ ਨੂੰ ਪਤਾ ਲੱਗ ਜਾਏਗਾ ਜਲਦੀ। ਬਿਲਕੁਲ ਕਾਲੀ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ। ਇਹ ਸੀ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਤਾਂ ਬਿਲਕੁਲ ਕਹਿੰਦੇ ਹਾਲੇ ਜਿਹੜੇ ਬਿੱਲ ਨੇ ਇਹਨਾਂ ਦੀ ਵੀ ਪੜਤਾਲ ਹੋਣੀ ਲਾਜ਼ਮੀ ਹੈ। ਕਿਹੜੇ ਸੰਦਰਭ ਦੇ ਵਿੱਚ ਇਹ ਬਿੱਲ ਆਏ, ਕਿਵੇਂ ਇੱਥੇ ਖਰਚਾ ਹੋਇਆ। ਤਾਂ ਪਰ ਇਹ ਸੀ ਅੱਜ ਦਾ ਨਜ਼ਰੀਆ। ਸੋਮਵਾਰ ਫਿਰ ਮਿਲਾਂਗੇ ਨਵੀਂ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।